ਗੁੱਡ ਮਾਰਨਿੰਗ ਬੱਚਿਓ। BA BSc ਸਮੈਸਟਰ ਸੈਕਿੰਡ ਦੇ ਨਾਲ ਸੰਬੰਧਿਤ ਲਾਜ਼ਮੀ ਪੰਜਾਬੀ ਪਾਠ ਪੁਸਤਕ ਕਥਾ ਕਹਾਣੀ ਵਿੱਚੋਂ ਅੱਜ ਅਸੀਂ ਪੜ੍ਹਾਂਗੇ ਚੌਥੀ ਕਹਾਣੀ ਚੱਟੂ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਉਸ ਤੋਂ ਪਹਿਲਾਂ ਜਿਨ੍ਹਾਂ ਵਿਦਿਆਰਥੀਆਂ ਨੇ ਹਲੇ ਤੱਕ ਇਸ ਕਹਾਣੀ ਨੂੰ ਪੂਰੀ ਨੂੰ ਨਹੀਂ ਸੁਣਿਆ, ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੇ ਲਿੰਕ ਤੋਂ ਜਾ ਕੇ ਇਸ ਕਹਾਣੀ ਨੂੰ ਪੂਰੀ ਨੂੰ ਸੁਣੋ। ਇਹ ਕਹਾਣੀ 1947 ਦੇ ਵਿੱਚ ਹੋਈ ਭਾਰਤ ਪਾਕਿਸਤਾਨ ਵੰਡ ਦੇ ਨਾਲ ਸੰਬੰਧ ਰੱਖਦੀ ਹੈ। ਉਸ ਸਮੇਂ ਬਹੁਤ ਸਾਰੇ ਪਰਿਵਾਰ ਉਜੜੇ, ਪਰ ਉਜੜਨ ਤੋਂ ਬਾਅਦ ਉਹਨਾਂ ਨੇ ਆਪਣਾ ਵਸੇਬਾ ਕਿੱਦਾਂ ਕੀਤਾ, ਕਿਹੜੀਆਂ ਦੁੱਖ ਤਕਲੀਫਾਂ ਦੇ ਵਿੱਚੋਂ ਉਹ ਨਿਕਲੇ, ਇਸ ਤਰ੍ਹਾਂ ਦੀ ਇਹ ਕਹਾਣੀ ਹੈ। ਸੋ ਇਹ ਵੀ ਕਹਾਣੀ ਸਾਨੂੰ ਹਰ ਤਰ੍ਹਾਂ ਦੇ ਦੁੱਖ ਤਕਲੀਫ ਦੇ ਨਾਲ ਲੜਨ ਦੇ ਲਈ ਹੌਸਲਾ ਦਿੰਦੀ ਹੈ, ਕਿਉਂਕਿ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ। ਸੋ ਸਭ ਤੋਂ ਪਹਿਲਾਂ ਤੁਸੀਂ ਇਸ ਕਹਾਣੀ ਨੂੰ ਸੁਣੋ ਤਾਂ ਕਿ ਤੁਹਾਨੂੰ ਪ੍ਰਸ਼ਨਾਂ ਦੀ ਵੀ ਚੰਗੀ ਤਰ੍ਹਾਂ ਸਮਝ ਲੱਗ ਸਕੇ। ਸ਼ੁਰੂ ਕਰਦੇ ਹਾਂ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ, ਚੱਟੂ ਕਹਾਣੀ ਕਿਸ ਦੀ ਰਚਨਾ ਹੈ? ਸੋ ਆਪਾਂ ਪੜ੍ਹ ਚੁੱਕੇ ਹਾਂ। ਕਹਾਣੀ ਹੈ ਇਹ ਸੁਖਵੰਤ ਕੌਰ ਮਾਨ ਦੁਆਰਾ ਲਿਖੀ ਹੋਈ। ਪ੍ਰਸ਼ਨ ਦੂਸਰਾ, ਕੁੜੀ, ਮਾਂ, ਬਾਪੂ, ਭਰਾ, ਚਾਚਾ ਚਾਚੀ, ਤਾਈ ਤਾਇਆ, ਦਾਦਾ ਦਾਦੀ, ਭੂਆ, ਭਿੰਦਰ, ਚਾਚੇ ਦਾ ਮੁੰਡਾ, ਤਾਏ ਦਾ ਮੁੰਡਾ ਕਿਸ ਕਹਾਣੀ ਦੇ ਪਾਤਰ ਹਨ? ਉੱਤਰ ਹੈ ਚੱਟੂ। ਪ੍ਰਸ਼ਨ ਤੀਸਰਾ, ਕੁੜੀ ਨੇ ਚੱਟੂ ਕਿਉਂ ਸਿਰ ਉੱਤੇ ਚੁੱਕਿਆ ਹੋਇਆ ਸੀ? ਉੱਤਰ, ਕਿਉਂਕਿ ਉਸ ਦੀ ਮਾਂ ਨੇ ਕਿਹਾ ਸੀ ਕਿ ਉਹਨਾਂ ਦੇ ਮਸਾਲਾ ਕੁੱਟਣ ਦੇ ਕੰਮ ਆਵੇਗਾ। ਪ੍ਰਸ਼ਨ ਚੌਥਾ, ਮੁਸਲਮਾਨ ਲੁਹਾਰ ਦੇ ਘਰ ਠਹਿਰੇ ਪਰਿਵਾਰ ਨੇ ਰੋਟੀ ਕਾਹਦੇ ਨਾਲ ਕਿਸ ਤਰ੍ਹਾਂ ਖਾਧੀ ਸੀ? ਉੱਤਰ, ਮੁਸਲਮਾਨ ਲੁਹਾਰ ਦੇ ਘਰ ਠਹਿਰੇ ਪਰਿਵਾਰ ਨੂੰ ਘਰ ਵਿੱਚ ਇੱਕ ਚੱਟੂ ਮਿਲਿਆ ਸੀ, ਜਿਸ ਵਿੱਚ ਮਾਂ ਨੇ ਪਿਛਲੀ ਕੋਠੜੀ ਵਿੱਚ ਖਿਲਰੀਆਂ ਲਾਲ ਮਿਰਚਾਂ ਇਕੱਠੀਆਂ ਕਰਕੇ ਪਾਈਆਂ ਤੇ ਵਿੱਚ ਲੂਣ ਪਾ ਕੇ ਗੁਆਂਢੀਆਂ ਦੇ ਘਰੋਂ ਲਿਆਂਦੇ ਸੋਟੇ ਨਾਲ ਉਹਨਾਂ ਨੂੰ ਕੁੱਟ ਲਿਆ। ਉਹਨਾਂ ਦੀ ਦਾਦੀ ਕਿਤਿਓਂ ਲੱਸੀ ਮੰਗ ਲਿਆਈ ਅਤੇ ਉਸ ਵਿੱਚ ਲੂਣ ਮਿਰਚ ਪਾ ਕੇ ਉਹਨਾਂ ਲਸਣ, ਇੱਥੇ ਲਸਣ ਲਿਖਿਆ ਹੋਇਆ ਬਟ ਲਸਣ ਨਹੀਂ ਹੈ, ਇਹ ਲਸਮ, ਲੱਲੇ ਤੇ ਅੱਧਕ ਸੱਸਾ ਮੰਮਾ, ਲਸਮ ਪੁਲਾਅ ਬਣਾ ਲਿਆ, ਜਿਸ ਨਾਲ ਉਹਨਾਂ ਸੁੱਕੀਆਂ ਤੰਦੂਰੀ ਰੋਟੀਆਂ ਖਾ ਲਈਆਂ। ਪ੍ਰਸ਼ਨ ਪੰਜਵਾਂ, ਉਜਾੜੇ ਸਮੇਂ ਕੁੜੀ ਦੇ ਮਾਮੇ ਅਤੇ ਫੁੱਫੜ ਨਾਲ ਕੀ ਬੀਤੀ? ਉੱਤਰ, ਉਜਾੜੇ ਸਮੇਂ ਕੁੜੀ ਦਾ ਮਾਮਾ ਆਪਣੀ ਤਿਹਾਈ ਮਾਂ ਲਈ ਪਾਣੀ ਲੈਣ ਗਿਆ। ਲਾਹੌਰ ਸਟੇਸ਼ਨ ਉੱਤੇ ਉਤਰਿਆ, ਪਰ ਮੁੜ ਕੇ ਉਹ ਪਰਤਿਆ ਹੀ ਨਾ। ਉਸ ਦਾ ਪਤਾ ਹੀ ਨਾ ਲੱਗਾ ਕਿ ਉਹ ਕਿੱਥੇ ਗਿਆ ਹੈ। ਕੁੜੀ ਦਾ ਫੁੱਫੜ ਆਪਣੇ ਪਾਕਿਸਤਾਨ ਵਾਲੇ ਪਿੰਡ ਵਿੱਚ ਹੀ ਰਹਿ ਪਿਆ ਸੀ ਅਤੇ ਉੱਥੋਂ ਨਾ ਨਿਕਲਣ 'ਤੇ ਉੱਥੋਂ ਦੇ ਥਾਣੇਦਾਰ ਨੇ ਹੀ ਉਸਨੂੰ ਮਾਰ ਦਿੱਤਾ। ਪ੍ਰਸ਼ਨ ਛੇਵਾਂ, ਨਨਕਾਣੇ ਸਾਹਿਬ ਦੇ ਖਾਲਸਾ ਸਕੂਲ ਵਿੱਚ ਠਹਿਰੇ ਪਨਾਹਗੀਰਾਂ ਰਫਿਊਜ਼ੀਆਂ ਨੇ ਬਾਲਣ ਨਾ ਮਿਲਣ ਦੀ ਹਾਲਤ ਵਿੱਚ ਕੀ ਬਾਲਿਆ? ਉੱਤਰ, ਨਨਕਾਣਾ ਸਾਹਿਬ ਦੇ ਖਾਲਸਾ ਸਕੂਲ ਵਿੱਚ ਠਹਿਰੇ ਪਨਾਹਗੀਰਾਂ ਨੇ ਬਾਲਣ ਨਾ ਮਿਲਣ ਦੀ ਸੂਰਤ ਵਿੱਚ ਸਕੂਲ ਦੇ ਡੈਸਕ, ਮੇਜ਼, ਕੁਰਸੀਆਂ ਅਤੇ ਲਾਇਬ੍ਰੇਰੀ ਦੀਆਂ ਕਿਤਾਬਾਂ ਹੀ ਚੁੱਲ੍ਹਿਆਂ ਵਿੱਚ ਡਾਹ ਕੇ ਬਾਲ ਦਿੱਤੀਆਂ। ਪ੍ਰਸ਼ਨ ਸੱਤਵਾਂ, ਗੱਡੀ ਵਿੱਚ ਬੈਠੇ ਦਾਦੇ ਦਾਦੀ ਦੀ ਹਾਲਤ ਕੀ ਸੀ? ਉੱਤਰ, ਗੱਡੀ ਵਿੱਚ ਦਾਦੀ ਸੋਚਾਂ ਵਿੱਚ ਡੁੱਬੀ ਸਿਰ ਸੁੱਟੀ ਕੋਨੇ ਵਾਲੀ ਗੰਢੜੀ ਉੱਤੇ ਬੈਠੀ ਹੋਈ ਸੀ। ਦਾਦਾ ਆਪਣੇ ਸੁਭਾਅ ਅਨੁਸਾਰ ਅੱਖਾਂ ਮੀਟੀ ਬੇਪਰਵਾਹ ਢਾਸ ਨਾ ਲਾਈ ਉਂਗਲਾ ਰਿਹਾ ਸੀ। ਪ੍ਰਸ਼ਨ ਅੱਠਵਾਂ, ਉਜਾੜੇ ਦੇ ਆਰੰਭਿਕ ਦਿਨਾਂ ਵਿੱਚ ਕੁੜੀ ਦੇ ਪਰਿਵਾਰ ਦੇ ਜੀਵਨ ਵਿੱਚ ਚੱਟੂ ਦਾ ਕੀ ਮਹੱਤਵ ਸੀ? ਉੱਤਰ, ਉਜਾੜੇ ਦੇ ਆਰੰਭਿਕ ਦਿਨਾਂ ਵਿੱਚ ਕੁੜੀ ਦੇ ਪਰਿਵਾਰ ਵਿੱਚ ਚੱਟੂ ਦੀ ਬਹੁਤ ਮਹਾਨਤਾ ਸੀ, ਕਿਉਂਕਿ ਉਸ ਵਿੱਚ ਲੂਣ ਮਿਰਚਾਂ ਕੁੱਟ ਕੇ ਰੋਟੀ ਖਾਧੀ ਜਾ ਸਕਦੀ ਸੀ। ਇਸ ਤੋਂ ਇਲਾਵਾ ਉਸ ਨੂੰ ਮੁੱਦਾ ਮਾਰ ਕੇ ਉੱਤੇ ਦੀਵਾ ਰੱਖਣ ਲਈ ਸਟੂਲ ਦਾ ਕੰਮ ਲਿਆ ਸੀ। ਇਸ ਤਰ੍ਹਾਂ ਨਾਲ ਉਹਨਾਂ ਦੀ ਢਹੀ ਹੋਈ ਜ਼ਿੰਦਗੀ ਨੂੰ ਮੁੜ ਉਸਾਰਨ ਵਿੱਚ ਚੱਟੂ ਆਧਾਰ ਦਾ ਕੰਮ ਕਰਦਾ ਹੈ। ਪ੍ਰਸ਼ਨ ਨੌਵਾਂ, ਕੁੜੀ ਦੀ ਭੂਆ 'ਤੇ ਕੀ ਬੀਤੀ? ਉੱਤਰ, ਕੁੜੀ ਦਾ ਫੁੱਫੜ ਸਾਰੇ ਪਿੰਡ ਦਾ ਮਾਲਕ ਸੀ। ਉਸਨੇ ਪਿੰਡ ਛੱਡਣ ਤੋਂ ਇਨਕਾਰ ਕਰ ਦਿੱਤਾ। ਭੂਆ ਨੇ ਆਪਣੇ ਮੁੰਡਿਆਂ ਨਾਲ ਇੱਕ ਤੁੱਲੇ ਵਾਲੇ ਨੂੰ ਸੋਨੇ ਦੇ ਗਹਿਣੇ ਦੇ ਕੇ ਰਾਵੀ ਦਰਿਆ ਪਾਰ ਕੀਤਾ ਅਤੇ ਆਪਣੇ ਕੁੜਮਾਂ ਦੇ ਪਹੁੰਚ ਗਏ, ਪਰ ਮਗਰੋਂ ਕੁੜੀ ਦਾ ਚਾਚਾ ਉਸਨੂੰ ਉੱਥੇ ਲੈ ਆਇਆ, ਪਰ ਉਸ ਦਾ ਮੁੰਡਾ ਸਹੁਰਿਆਂ ਜੋਗਾ ਹੀ ਰਹਿ ਗਿਆ। ਉਸ ਦੇ ਪਤੀ ਨੂੰ ਪਿੰਡ ਛੱਡਣ ਤੋਂ ਇਨਕਾਰ ਕਰਨ 'ਤੇ ਥਾਣੇਦਾਰ ਨੇ ਉਸਨੂੰ ਗੋਲੀ ਨਾਲ ਮਾਰ ਦਿੱਤਾ। ਇੱਧਰ ਭੂਆ ਦਾ ਮੁੰਡਾ ਭਿੰਦਰ ਵੀ ਮਰ ਗਿਆ। ਪਹਿਲਾਂ ਉਸਨੇ ਬਹੁਤ ਔਖਾ ਸਮਾਂ ਕੱਟਿਆ, ਪਰ ਮਗਰੋਂ ਫੁੱਫੜ ਨਾਲ ਸਾਂਝੇ ਅਕਾਊਂਟ ਵਾਲੀ ਭਾਰੀ ਰਕਮ ਮਿਲਣ ਨਾਲ ਉਹ ਸੌਖੀ ਹੋ ਗਈ। ਪ੍ਰਸ਼ਨ ਦਸਵਾਂ, ਠੇਕੇ 'ਤੇ ਲਈ ਭੌਏ ਵਿੱਚ ਕੰਮ ਚਲਾਉਣ ਖਾਤਰ ਪੈਸਿਆਂ ਦਾ ਪ੍ਰਬੰਧ ਕਿਵੇਂ ਕੀਤਾ ਗਿਆ? ਉੱਤਰ, ਠੇਕੇ 'ਤੇ ਲਈ ਭੌਏ ਵਿੱਚ ਕੰਮ ਚਲਾਉਣ ਖਾਤਰ ਪੈਸਿਆਂ ਦਾ ਪ੍ਰਬੰਧ ਕਰਨ ਲਈ ਦਾਦਾ ਜੀ ਦੇ ਕਹਿਣ 'ਤੇ ਤਾਈ ਨੇ ਆਪਣੀ ਸੋਨੇ ਦੀ ਵੰਗ, ਚਾਚੀ ਨੇ ਛਾਪ, ਮਾਂ ਨੇ ਆਪਣੀਆਂ ਵਾਲੀਆਂ ਅਤੇ ਦਾਦੀ ਨੇ ਆਪਣੇ ਸੋਨੇ ਦੇ ਸਟੱਡ ਲਾ ਕੇ
ਉਸ ਦੀ ਝੋਲੀ ਪਾ ਦਿੱਤੇ। ਪ੍ਰਸ਼ਨ 11ਵਾਂ, ਰਫਿਊਜੀ ਪਰਿਵਾਰ ਨੇ ਆਪਣੇ ਮੁੜ ਵਸੇਬੇ ਦਾ ਆਰੰਭ ਕਿਸ ਚੀਜ਼ ਨਾਲ ਕੀਤਾ ਤੇ ਫਿਰ ਇੱਕ ਤੋਂ ਪਿੱਛੋਂ ਦੂਜੀ ਕਿਹੜੀ ਚੀਜ਼ ਉਹਨਾਂ ਦੇ ਘਰ ਆਉਂਦੀ ਗਈ? ਉੱਤਰ, ਰਫਿਊਜੀ ਪਰਿਵਾਰ ਨੇ ਆਪਣੇ ਮੁੜ ਵਸੇਬੇ ਦਾ ਪ੍ਰਬੰਧ ਚੱਟੂ ਨਾਲ ਕੀਤਾ, ਜਿਸ ਵਿੱਚ ਲੂਣ ਮਿਰਚਾਂ ਰਗੜ ਕੇ ਲੱਸੀ ਵਿੱਚ ਪਾਈਆਂ ਤੇ ਉਸ ਨਾਲ ਰੋਟੀਆਂ ਖਾਧੀਆਂ। ਫਿਰ ਲੁਧਿਆਣੇ ਵਾਲੇ ਘਰ ਨੂੰ ਸਾਫ਼ ਕਰਨ ਲਈ ਤਾਈ ਨੇ ਬੌਕਰ ਲਿਆਂਦਾ। ਦਾਦਾ ਜੀ ਮੂੰਗੀ ਤੇ ਚੌਲ ਲਿਆਏ ਤੇ ਉਹਨਾਂ ਦੀ ਖਿਚੜੀ ਬਣਾ ਕੇ ਖਾਧੀ। ਰਾਤ ਨੂੰ ਚੱਟੂ ਨੂੰ ਮੂਧਾ ਰੱਖ ਕੇ ਉਸ ਉੱਤੇ ਸਰੋਂ ਦੇ ਤੇਲ ਦਾ ਦੀਵਾ ਟਿਕਾ ਲਿਆ ਗਿਆ। ਇਸ ਤੋਂ ਮਗਰੋਂ ਘਰ ਵਿੱਚ ਪੋਚਾ ਆਦਿ ਫੇਰਨ ਮਗਰੋਂ ਨਲਕਾ ਚਾਲੂ ਕੀਤਾ ਗਿਆ। ਫਿਰ ਪਿੱਛੋਂ ਘਰ ਵਿੱਚ ਲੂਣਦਾਨੀ ਚੱਕਲਾ ਵੇਲਣਾ ਆ ਗਿਆ। ਆੜਤ ਦੀ ਦੁਕਾਨ 'ਤੇ ਖੇਤੀ ਦਾ ਕੰਮ ਚੱਲ ਪਿਆ। ਅੰਗੀਠੀਆਂ ਤਿਆਰ ਹੋ ਗਈਆਂ। ਫਿਰ ਲਾਲਟੈਨ, ਡਾਲਡੇ ਘਿਓ ਦੀ ਪੀਪੀ, ਸਟੂਲ, ਪੱਥਰ ਦੀ ਕੁੰਡੀ, ਕੁੱਕੜੀਆਂ, ਕੋਟ, ਤੋਕੜ ਮੱਝ, ਸਾਈਕਲ ਤੇ ਕਲੇਮਾਂ ਦੇ ਪੈਸੇ ਆ ਗਏ। ਪ੍ਰਸ਼ਨ 12ਵਾਂ, ਪਹਿਲਾਂ ਜਿਸ ਚੱਟੂ ਨੂੰ ਗੱਡੀ ਦੀ ਲਾਈਨ ਉੱਤੇ ਡਿੱਗਣ ਸਮੇਂ ਕੁੜੀ ਨੇ ਛੱਡਿਆ ਨਹੀਂ ਸੀ, ਉਸ ਦੇ ਪਾੜੇ ਜਾਣ ਸਮੇਂ ਬਾਕੀ ਪਰਿਵਾਰ ਦੇ ਹਾਸੇ ਵਿੱਚ ਸ਼ਾਮਿਲ ਕਿਉਂ ਹੋ ਜਾਂਦੀ ਹੈ? ਉੱਤਰ, ਇਸ ਦਾ ਕਾਰਨ ਇਹ ਸੀ ਕਿ ਪਹਿਲਾਂ ਘਰ ਵਿੱਚ ਚੱਟੂ ਦੀ ਜ਼ਰੂਰਤ ਹੋਣ ਕਰਕੇ ਉਸ ਦਾ ਬਹੁਤ ਮਹੱਤਵ ਸੀ, ਜਿਸ ਕਰਕੇ ਆਪਣੀ ਮਾਂ ਦੇ ਕਹਿਣ ਉੱਤੇ ਉਸ ਨੂੰ ਕੁੜੀ ਨੇ ਸਿਰ ਉੱਤੇ ਚੁੱਕਿਆ ਹੋਇਆ ਸੀ ਤੇ ਗੱਡੀ ਦੀ ਲਾਈਨ ਉੱਤੇ ਡਿੱਗਣ ਸਮੇਂ ਵੀ ਉਸਨੇ ਉਸ ਨੂੰ ਨਾ ਛੱਡਿਆ। ਪਰੰਤੂ ਮਗਰੋਂ ਘਰ ਵਿੱਚ ਪੱਥਰ ਦੀ ਕੁੰਡੀ ਤੇ ਹੋਰ ਖੁਸ਼ਹਾਲੀ ਆ ਜਾਣ ਕਰਕੇ ਉਸ ਦੀ ਲੋੜ ਨਹੀਂ ਸੀ ਤੇ ਉਹ ਬਾਲਣ ਦਾ ਹਿੱਸਾ ਬਣ ਚੁੱਕਾ ਸੀ। ਇਸ ਕਰਕੇ ਤਾਏ ਦਾ ਮੁੰਡਾ ਉਸ ਨੂੰ ਕੁੜੀ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦਾ ਜ਼ਿੰਮੇਵਾਰ ਦੱਸਦਾ ਹੋਇਆ ਉਸ ਤੋਂ ਬਦਲਾ ਲੈਣ ਲਈ ਉਸ ਨੂੰ ਕੁਹਾੜੇ ਨਾਲ ਮਾਰ ਕੇ ਪਾੜਦਾ ਹੈ, ਜਿਸ 'ਤੇ ਸਾਰਾ ਪਰਿਵਾਰ ਹੱਸ ਲੋਟ-ਪੋਟ ਹੁੰਦਾ ਹੈ ਤੇ ਕੁੜੀ ਵੀ ਇਸ ਹਾਸੇ ਵਿੱਚ ਸ਼ਾਮਲ ਹੋ ਜਾਂਦੀ ਹੈ। ਪ੍ਰਸ਼ਨ 13ਵਾਂ, ਚੱਟੂ ਕਹਾਣੀ ਦਾ ਇਹ ਸਿਰਲੇਖ ਕਿੰਨਾ ਕੁ ਢੁਕਵਾਂ ਹੈ? ਉੱਤਰ, ਚੱਟੂ ਕਹਾਣੀ ਦਾ ਸਿਰਲੇਖ ਇਸ ਦੇ ਪਲਾਟ ਨਾਲ ਸੰਬੰਧਿਤ ਵਸਤੂ ਚੱਟੂ ਦੇ ਆਧਾਰ 'ਤੇ ਰੱਖਿਆ ਗਿਆ ਹੈ, ਜੋ ਕਿ ਰਫਿਊਜੀ ਪਰਿਵਾਰ ਦੇ ਜੀਵਨ ਨੂੰ ਨਵੇਂ ਸਿਰੇ ਉਸਾਰਨ ਦਾ ਮੁੱਢਲਾ ਆਧਾਰ ਬਣਦਾ ਹੈ। ਪਰੰਤੂ ਕਹਾਣੀ ਦੇ ਅੰਤ ਤੱਕ ਜਦੋਂ ਉਸ ਪਰਿਵਾਰ ਦੀ ਜ਼ਿੰਦਗੀ ਠੀਕ ਤਰ੍ਹਾਂ ਲੀਹੇ ਪੈ ਜਾਂਦੀ ਹੈ ਤਾਂ ਚੱਟੂ ਦੀ ਉਹਨਾਂ ਦੇ ਜੀਵਨ ਵਿੱਚ ਮਹਾਨਤਾ ਨਹੀਂ ਰਹਿੰਦੀ, ਜਿਸ ਕਰਕੇ ਉਸ ਨੂੰ ਸਬਕ ਸਿਖਾਉਣ ਦੇ ਬਹਾਨੇ ਤਾਏ ਦੇ ਮੁੰਡੇ ਦੁਆਰਾ ਉਸ ਨੂੰ ਕੁਹਾੜੇ ਨਾਲ ਪਾੜੇ ਜਾਣ 'ਤੇ ਸਾਰਾ ਪਰਿਵਾਰ ਹੱਸ ਕੇ ਦੂਰਾ ਹੁੰਦਾ ਹੈ। ਇਸ ਤਰ੍ਹਾਂ ਚੱਟੂ ਦੀ ਸੰਭਾਲ ਨਾਲ ਕਹਾਣੀ ਦਾ ਆਰੰਭ ਹੁੰਦਾ ਹੈ। ਇਸ ਦੇ ਵਰਤੋਂ ਨਾਲ ਇਸ ਦਾ ਵਿਕਾਸ ਹੁੰਦਾ ਹੈ ਤੇ ਇਸ ਦੇ ਬੇਕਾਰ ਚੀਜ਼ ਬਣ ਜਾਣ ਨਾਲ ਕਹਾਣੀ ਦਾ ਅੰਤ ਹੁੰਦਾ ਹੈ। ਇਸ ਪ੍ਰਕਾਰ ਚੱਟੂ ਕਹਾਣੀ ਵਿੱਚ ਇੱਕ ਕੇਂਦਰੀ ਵਸਤੂ ਹੈ, ਜਿਸ ਦੇ ਆਧਾਰ 'ਤੇ ਰੱਖਿਆ ਕਹਾਣੀ ਦਾ ਇਹ ਸਿਰਲੇਖ ਢੁਕਵਾਂ ਹੈ। ਇਹ ਸਨ ਇਸ ਕਹਾਣੀ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਤੇ ਅਜਿਹੀਆਂ ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇਕਰ ਵੀਡੀਓ ਪਸੰਦ ਆਵੇ ਤਾਂ ਉਸ ਨੂੰ ਲਾਈਕ ਕਰੋ। ਧੰਨਵਾਦ।